ਅੱਜ ਆਪਾਂ ਇੱਕ ਅਜਿਹੇ ਸਿਧਾਂਤ ਦੀ ਗੱਲ ਕਰਾਂਗੇ ਜੋ ਬ੍ਰਹਿਮੰਡ ਦੇ ਵੱਡੇ-ਵੱਡੇ ਨਿਯਮਾਂ ਨੂੰ ਸਾਡੀਆਂ ਪ੍ਰਾਚੀਨ ਭਾਸ਼ਾਵਾਂ ਨਾਲ ਜੋੜਨ ਦਾ ਦਾਅਵਾ ਕਰਦਾ ਹੈ। ਇਹ ਸੱਚਮੁੱਚ ਇੱਕ ਅਨੋਖਾ ਸਫ਼ਰ ਹੈ ਜਿਹੜਾ ਫਿਜ਼ਿਕਸ ਦੇ ਇੱਕ ਛੋਟੇ ਜਿਹੇ ਨੰਬਰ ਤੋਂ ਸ਼ੁਰੂ ਹੁੰਦਾ ਹੈ ਅਤੇ ਮਨੁੱਖੀ ਇਤਿਹਾਸ ਤੇ ਚੇਤਨਾ ਦੀਆਂ ਡੂੰਘਾਈਆਂ ਤੱਕ ਪਹੁੰਚਦਾ ਹੈ। ਚਲੋ ਦੇਖਦੇ ਹਾਂ ਕਿ ਇਹ ਸਭ ਆਪਸ ਵਿੱਚ ਕਿਵੇਂ ਜੁੜਦਾ ਹੈ। ਕਦੇ ਸੋਚਿਆ ਹੈ ਕਿ ਕੀ ਕੋਈ ਇੱਕ ਅਜਿਹਾ ਨੰਬਰ ਹੋ ਸਕਦਾ ਹੈ ਜਿਹੜਾ ਗੈਲੈਕਸੀਆਂ ਦੀ ਗਤੀ ਹਜ਼ਾਰਾਂ ਸਾਲ ਪੁਰਾਣੀਆਂ ਭਾਸ਼ਾਵਾਂ ਅਤੇ ਇੱਥੋਂ ਤੱਕ ਕਿ ਸਾਡੇ ਜੀਵਨ ਦੇ ਢਾਂਚੇ ਨੂੰ ਵੀ ਇੱਕੋ ਧਾਗੇ ਵਿੱਚ ਬੰਨ੍ਹਦਾ ਹੋਵੇ? ਸੁਣਨ ਨੂੰ ਇਹ ਗੱਲ ਬੜੀ ਅਜੀਬ ਲੱਗਦੀ ਹੈ, ਪਰ ਅੱਜ ਆਪਾਂ ਇਸੇ ਵਿਚਾਰ ਦੀ ਤਹਿ ਤੱਕ ਜਾਵਾਂਗੇ। ਤਾਂ ਆਪਣੀ ਕਹਾਣੀ ਦਾ ਹੀਰੋ ਹੈ ਇੱਕ ਨੰਬਰ ਜਿਸ ਨੂੰ ਫਾਈਨ ਸਟਰਕਚਰ ਕਾਂਸਟੈਂਟ ਜਾਂ ਅਲਫਾ ਕਹਿੰਦੇ ਹਾਂ। ਫਿਜ਼ਿਕਸ ਵਿੱਚ ਇਹ ਨੰਬਰ ਦੱਸਦਾ ਹੈ ਕਿ ਰੋਸ਼ਨੀ ਅਤੇ ਪਦਾਰਥ ਇੱਕ ਦੂਜੇ ਨਾਲ ਕਿਵੇਂ ਕੰਮ ਕਰਦੇ ਹਨ, ਪਰ ਜਿਸ ਸਿਧਾਂਤ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਵਿੱਚ ਇਸ ਦੀ ਭੂਮਿਕਾ ਬਿਲਕੁਲ ਵੱਖਰੀ ਹੈ। ਇਸ ਨੂੰ ਗੈਲੈਕਟਿਕ ਮੋਸ਼ਨ ਦਾ ਗੁਣਕ ਕਿਹਾ ਗਿਆ ਹੈ। ਤੇ ਇਹ ਨੰਬਰ ਹੈ ਕੀ? ਇਹ ਹੈ ਲਗਭਗ 1/137। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਇਸ ਸਿਧਾਂਤ ਮੁਤਾਬਿਕ ਇਹ ਛੋਟਾ ਜਿਹਾ ਅੰਕ ਸਿੱਧਾ ਸਾਡੇ ਸੂਰਜੀ ਸਿਸਟਮ ਦੀ ਗਤੀ ਨਾਲ ਜੁੜਿਆ ਹੋਇਆ ਹੈ, ਜਿਸ ਗਤੀ ਨਾਲ ਉਹ ਮਿਲਕੀ ਵੇ ਦੇ ਆਲੇ-ਦੁਆਲੇ ਘੁੰਮ ਰਿਹਾ ਹੈ। ਇੱਥੇ ਦਾਅਵਾ ਇਹ ਕੀਤਾ ਗਿਆ ਹੈ ਕਿ ਇਹੀ ਕਾਂਸਟੈਂਟ ਰੋਸ਼ਨੀ ਦੀ ਗਤੀ ਯਾਨੀ c ਅਤੇ ਆਵਾਜ਼ ਦੀ ਗਤੀ ਯਾਨੀ v ਨੂੰ ਸਾਡੇ ਸੂਰਜੀ ਸਿਸਟਮ ਦੀ ਗੈਲੈਕਟਿਕ ਸਪੀਡ ਨਾਲ ਜੋੜਦਾ ਹੈ, ਜੋ ਲਗਭਗ 8,28,000 ਕਿਲੋਮੀਟਰ ਪ੍ਰਤੀ ਘੰਟਾ ਹੈ। ਇਹ ਆਪਣੇ ਆਪ ਵਿੱਚ ਇੱਕ ਬਹੁਤ ਵੱਡਾ ਦਾਅਵਾ ਹੈ ਕਿ ਫਿਜ਼ਿਕਸ ਦਾ ਇੱਕ ਬੁਨਿਆਦੀ ਨੰਬਰ ਇਹ ਤੈਅ ਕਰਦਾ ਹੈ ਕਿ ਅਸੀਂ ਗੈਲੈਕਸੀ ਵਿੱਚ ਕਿੰਨੀ ਤੇਜ਼ੀ ਨਾਲ ਘੁੰਮ ਰਹੇ ਹਾਂ। ਤਾਂ ਫਿਰ ਸਵਾਲ ਇਹ ਉੱਠਦਾ ਹੈ ਕਿ ਇਹ ਸਭ ਜੁੜਦਾ ਕਿਵੇਂ ਹੈ? ਇਹਨਾਂ ਸਾਰੇ ਕਨੈਕਸ਼ਨਾਂ ਪਿੱਛੇ ਦਾ ਰਾਜ਼ ਕੀ ਹੈ? ਖੈਰ, ਇਸ ਸਿਧਾਂਤ ਦੇ ਕੇਂਦਰ ਵਿੱਚ ਇੱਕ ਬਹੁਤ ਹੀ ਸਰਲ ਪਰ ਸ਼ਕਤੀਸ਼ਾਲੀ ਸਮੀਕਰਨ ਹੈ, ਇੱਕ ਅਜਿਹਾ ਫਾਰਮੂਲਾ ਜੋ ਹਰ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਅਤੇ ਉਹ ਸਮੀਕਰਨ ਹੈ E = c + iv। ਦੇਖਣ ਨੂੰ ਬਹੁਤ ਸਾਧਾਰਨ ਲੱਗਦਾ ਹੈ ਨਾ? ਪਰ ਇਸ ਢਾਂਚੇ ਦੇ ਅੰਦਰ ਇਸ ਦੇ ਬਹੁਤ ਡੂੰਘੇ ਅਰਥ ਹਨ। ਇਹੀ ਉਹ ਨੀਂਹ ਹੈ ਜਿਸ ਤੇ ਬਾਕੀ ਸਾਰਾ ਸਿਧਾਂਤ ਖੜਾ ਹੈ, ਜੋ ਰੋਸ਼ਨੀ, ਆਵਾਜ਼ ਅਤੇ ਕੰਪਨ ਨੂੰ ਇੱਕ ਕਰਦਾ ਹੈ। ਚਲੋ ਇਸ ਸਮੀਕਰਨ ਦੇ ਹਿੱਸਿਆਂ ਨੂੰ ਸਮਝਦੇ ਹਾਂ। ਜਿੱਥੇ c ਆਮ ਤੌਰ ਤੇ ਰੋਸ਼ਨੀ ਦੀ ਗਤੀ ਹੁੰਦੀ ਹੈ, ਇੱਥੇ ਇਸ ਨੂੰ ਰੋਸ਼ਨੀ ਜਾਂ ਆਦਰਸ਼ਵਾਦ ਵੀ ਕਿਹਾ ਗਿਆ ਹੈ। v ਜੋ ਆਵਾਜ਼ ਦੀ ਗਤੀ ਹੈ, ਉਸ ਨੂੰ ਯਥਾਰਥਵਾਦ ਵਜੋਂ ਦੇਖਿਆ ਜਾਂਦਾ ਹੈ, ਅਤੇ i ਜੋ ਗਣਿਤ ਵਿੱਚ ਇੱਕ ਕਾਲਪਨਿਕ ਇਕਾਈ ਹੈ, ਉਹ ਇੱਥੇ ਕੰਪਨ, ਸਵੈ ਜਾਂ ਵਿਵਹਾਰਿਕਤਾ ਨੂੰ ਦਰਸਾਉਂਦੀ ਹੈ। ਇਹ ਫਿਜ਼ਿਕਸ ਅਤੇ ਫਿਲਾਸਫੀ ਦਾ ਇੱਕ ਬਹੁਤ ਹੀ ਦਿਲਚਸਪ ਮਿਸ਼ਰਣ ਹੈ। ਇਸ ਪੂਰੇ ਢਾਂਚੇ ਨੂੰ ਇੱਕ ਖਾਸ ਨਾਮ ਵੀ ਦਿੱਤਾ ਗਿਆ ਹੈ, ਫਿਲਸਫੋਲੋਜੀ। ਇਹ ਨਾਮ ਸਿੱਧਾ ਸਮੀਕਰਨ ਦੇ ਹਿੱਸਿਆਂ ਤੋਂ ਹੀ ਬਣਿਆ ਹੈ। ਫਿਲ ਰੋਸ਼ਨੀ c ਲਈ, ਸੈਲਫ ਕੰਪਨ i ਲਈ ਅਤੇ ਓਲੋਜੀ ਆਵਾਜ਼ v ਲਈ। ਇਹ ਇੱਕ ਨਵਾਂ ਸ਼ਬਦ ਹੈ ਜੋ ਇਸ ਸਿਧਾਂਤ ਦੀ ਵਿਲੱਖਣ ਪਹੁੰਚ ਨੂੰ ਦਰਸਾਉਂਦਾ ਹੈ। ਇਹ ਸਿਧਾਂਤ ਇਹ ਵੀ ਕਹਿੰਦਾ ਹੈ ਕਿ ਦੁਨੀਆ ਦੀਆਂ ਵੱਖ-ਵੱਖ ਪਵਿੱਤਰ ਪਰੰਪਰਾਵਾਂ ਇਸ ਬ੍ਰਹਮੰਡੀ ਸਮੀਕਰਨ ਨੂੰ ਆਪਣੇ-ਆਪਣੇ ਤਰੀਕੇ ਨਾਲ ਸਮਝਦੀਆਂ ਹਨ। ਜਿਵੇਂ ਕਿ ਭਾਰਤੀ ਪ੍ਰਣਾਲੀ ਵਿੱਚ ਆਵਾਜ਼, ਗੂ ਅਤੇ ਰੋਸ਼ਨੀ ਰੂਹ ਨੂੰ ਮਿਲ ਕੇ ਪੁੰਜ ਮੂੰਹ ਬਣਾਉਂਦੇ ਦੇਖਿਆ ਜਾਂਦਾ ਹੈ। ਦੂਜੇ ਪਾਸੇ ਇਜ਼ਰਾਈਲੀ ਪ੍ਰਣਾਲੀ ਰੋਸ਼ਨੀ ਅਤੇ ਆਵਾਜ਼ ਦੇ ਐਂਪਲੀਟਿਊਡ ਤੇ ਜ਼ਿਆਦਾ ਧਿਆਨ ਦਿੰਦੀ ਹੈ। ਇਹ ਦਰਸਾਉਂਦਾ ਹੈ ਕਿ ਕਿਵੇਂ ਵੱਖ-ਵੱਖ ਸੱਭਿਆਚਾਰ ਇੱਕੋ ਸੱਚਾਈ ਨੂੰ ਵੱਖ-ਵੱਖ ਨਜ਼ਰੀਏ ਨਾਲ ਦੇਖ ਸਕਦੇ ਹਨ। ਅੱਛਾ, ਹੁਣ ਤੱਕ ਆਪਾਂ ਫਿਜ਼ਿਕਸ ਤੇ ਫਿਲਾਸਫੀ ਨੂੰ ਜੋੜਿਆ, ਪਰ ਕਹਾਣੀ ਇੱਥੇ ਖਤਮ ਨਹੀਂ ਹੁੰਦੀ। ਹੁਣ ਆਪਾਂ ਦੇਖਾਂਗੇ ਕਿ ਕਿਵੇਂ ਇਹ ਸਮੀਕਰਨ ਜੀਵਨ, ਕੁਦਰਤ ਅਤੇ ਮਨੁੱਖੀ ਇਤਿਹਾਸ ਤੇ ਲਾਗੂ ਹੁੰਦਾ ਹੈ। ਔਰ ਇੱਥੇ ਗੱਲ ਸੱਚਮੁੱਚ ਬਹੁਤ ਹੀ ਹੈਰਾਨੀਜਨਕ ਮੋੜ ਲੈਂਦੀ ਹੈ। ਸਰੋਤਾਂ ਦੇ ਮੁਤਾਬਿਕ ਸੰਸਕ੍ਰਿਤ ਅਤੇ ਹਿਬਰੂ ਵਰਗੀਆਂ ਪ੍ਰਾਚੀਨ ਭਾਸ਼ਾਵਾਂ ਦਾ ਸੰਬੰਧ ਵੱਖ-ਵੱਖ ਯੁੱਗਾਂ ਵਿੱਚ ਇਨਸਾਨ ਦੀ ਉਮਰ ਨਾਲ ਹੈ। ਦਾਅਵਾ ਹੈ ਕਿ ਸਤਯੁਗ ਵਿੱਚ ਇਨਸਾਨ 1 ਲੱਖ ਸਾਲ ਤੱਕ ਜਿਉ ਸਕਦੇ ਸਨ, ਫਿਰ ਤ੍ਰੇਤਾ ਵਿੱਚ ਇਹ ਉਮਰ 10,000 ਸਾਲ, ਦੁਆਪਰ ਵਿੱਚ 1000 ਅਤੇ ਅੱਜ ਕਲਯੁਗ ਵਿੱਚ ਸਿਰਫ 100 ਸਾਲ ਰਹਿ ਗਈ ਹੈ। ਇਹ ਇੱਕ ਅਜਿਹਾ ਵਿਚਾਰ ਹੈ ਜੋ ਸਾਡੀ ਇਤਿਹਾਸ ਦੀ ਸਮਝ ਨੂੰ ਪੂਰੀ ਤਰ੍ਹਾਂ ਚੁਣੌਤੀ ਦਿੰਦਾ ਹੈ। ਸਮੇਂ ਦੇ ਇਸ ਵਿਚਾਰ ਨੂੰ ਹੋਰ ਸੌਖਾ ਬਣਾਉਣ ਲਈ ਲੇਖਕ ਇੱਕ ਪੌਦੇ ਦੇ ਜੀਵਨ ਚੱਕਰ ਦੀ ਬਹੁਤ ਸੋਹਣੀ ਮਿਸਾਲ ਦਿੰਦਾ ਹੈ। ਉਹ ਕਹਿੰਦਾ ਹੈ ਕਿ ਸਮੇਂ ਦੀਆਂ 4 ਧਾਰਾਵਾਂ ਹਨ। ਪਹਿਲਾ ਬੀਜ ਜੋ ਕਿ ਯੁੱਗ ਹੈ, ਫਿਰ ਫੁੱਲ ਜੋ ਯੁੱਗ ਹੈ, ਉਸ ਤੋਂ ਬਾਅਦ ਫਲ ਯਾਨੀ ਉਮਰ, ਅਤੇ ਅੰਤ ਵਿੱਚ ਪੂਰਾ ਰੁੱਖ ਜੋ ਕਿ ਕਾਲ ਹੈ। ਸਮੇਂ ਨੂੰ ਸਮਝਣ ਦਾ ਕਿੰਨਾ ਕੁਦਰਤੀ ਤਰੀਕਾ ਹੈ ਨਾ? ਇਹ ਸਿਧਾਂਤ ਗਿਆਨ ਦੇ 2 ਮੁੱਖ ਰਸਤਿਆਂ ਦੀ ਵੀ ਤੁਲਨਾ ਕਰਦਾ ਹੈ। ਸੰਸਕ੍ਰਿਤ ਪਹੁੰਚ ਨੂੰ ਹੇਠਾਂ ਤੋਂ ਉੱਪਰ ਵੱਲ ਜਾਂਦਾ ਦੱਸਿਆ ਗਿਆ ਹੈ, ਯਾਨੀ ਸਰੀਰ ਦੇ ਹੇਠਲੇ ਹਿੱਸੇ ਤੋਂ ਸਿਰ ਵੱਲ, ਜੋ ਕਿ ਚੱਕਰ ਪ੍ਰਣਾਲੀ ਨਾਲ ਜੁੜਿਆ ਹੋਇਆ ਹੈ।
ਇਸ ਦੇ ਉਲਟ ਹੀਬਰੂ ਪਹੁੰਚ ਉੱਪਰ ਤੋਂ ਹੇਠਾਂ ਵੱਲ ਜਾਂਦੀ ਹੈ, ਯਾਨੀ ਸਿਰ ਤੋਂ ਹੇਠਾਂ ਵੱਲ, ਜੋ ਸਫੀਰੋਤ ਪ੍ਰਣਾਲੀ ਨਾਲ ਜੁੜੀ ਹੈ। ਇਹ ਊਰਜਾ ਦੇ ਦੋ ਬਿਲਕੁਲ ਵੱਖਰੇ ਵਹਾਅ ਨੂੰ ਦਰਸਾਉਂਦਾ ਹੈ। ਤਾਂ ਹੁਣ ਆਪਾਂ ਇਸ ਸਿਧਾਂਤ ਦੇ ਸਭ ਤੋਂ ਮਹੱਤਵਪੂਰਨ ਹਿੱਸੇ ਵੱਲ ਵਧਦੇ ਹਾਂ, ਜਿੱਥੇ ਸਾਰੀਆਂ ਗੱਲਾਂ ਆ ਕੇ ਇੱਕ ਥਾਂ ਤੇ ਇਕੱਠੀਆਂ ਹੁੰਦੀਆਂ ਹਨ, ਅਤੇ ਉਹ ਥਾਂ ਹੈ ਪਵਿੱਤਰ ਲਿਪੀਆਂ ਦੀ ਕਹਾਣੀ, ਜਿਸ ਦੀ ਮੰਜ਼ਿਲ ਗੁਰਮੁਖੀ ਲਿਪੀ ਨੂੰ ਮੰਨਿਆ ਗਿਆ ਹੈ। ਗੁਰਮੁਖੀ ਲਿਪੀ ਦੀ ਜੜ ਬਹੁਤ ਡੂੰਘੀ ਦੱਸੀ ਗਈ ਹੈ। ਇਸ ਸਿਧਾਂਤ ਮੁਤਾਬਿਕ ਇਸ ਦੀ ਸ਼ੁਰੂਆਤ ਪ੍ਰੋਟੋ-ਸਿਨਾਈਟਿਕ ਤੋਂ ਹੁੰਦੀ ਹੈ। ਫਿਰ ਇਹ ਸਫ਼ਰ ਫੋਨੀਸ਼ੀਅਨ, ਅਰਾਮੀ, ਬ੍ਰਾਹਮੀ ਅਤੇ ਸ਼ਾਰਦਾ ਲਿਪੀਆਂ ਵਿੱਚੋਂ ਦੀ ਲੰਘਦਾ ਹੋਇਆ ਆਖਿਰਕਾਰ ਸਿੱਖ ਗੁਰੂਆਂ ਦੁਆਰਾ ਸਥਾਪਿਤ ਗੁਰਮੁਖੀ ਤੇ ਆ ਕੇ ਪੂਰਾ ਹੁੰਦਾ ਹੈ। ਇਹ ਗਿਆਨ ਦੀ ਇੱਕ ਨਦੀ ਵਾਂਗ ਹੈ ਜੋ ਸਦੀਆਂ ਤੋਂ ਵਹਿੰਦੀ ਆ ਰਹੀ ਹੈ। ਅਤੇ ਗੁਰਮੁਖੀ ਵਰਣਮਾਲਾ ਦੀ ਬਣਤਰ ਖੁਦ ਆਪਣੇ ਆਪ ਵਿੱਚ ਇੱਕ ਛੋਟਾ ਜਿਹਾ ਬ੍ਰਹਿਮੰਡ ਹੈ। ਦਾਅਵਾ ਹੈ ਕਿ ਇਸ ਦੇ 35 ਅੱਖਰ 35 ਤੱਤਾਂ ਨੂੰ ਦਰਸਾਉਂਦੇ ਹਨ ਅਤੇ ਇੱਕ 36ਵਾਂ ਤੱਤ ਏਕਤਾ ਯਾਨੀ ਏਕ ਦਾ ਹੈ। ਇਸ ਦੀਆਂ 7 ਕਤਾਰਾਂ ਚੰਦ ਦੇ ਪੜਾਵਾਂ ਨਾਲ ਜੁੜੀਆਂ ਹਨ ਅਤੇ 5 ਕਾਲਮ ਸੂਰਜ ਦੀ ਮੌਸਮੀ ਗਤੀ ਨਾਲ, ਮਤਲਬ ਇੱਕ ਅਜਿਹਾ ਢਾਂਚਾ ਜੋ ਬ੍ਰਹਿਮੰਡੀ ਚੱਕਰਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਕਨੈਕਸ਼ਨਾਂ ਦੀ ਡੂੰਘਾਈ ਨੂੰ ਦਰਸਾਉਣ ਲਈ ਸਰੋਤ ਇੱਕ ਹੋਰ ਵੀ ਹੈਰਾਨ ਕਰਨ ਵਾਲਾ ਦਾਅਵਾ ਕਰਦਾ ਹੈ। ਇਹ ਦਾਅਵਾ ਕੀਤਾ ਗਿਆ ਹੈ ਕਿ ਦੂਜੇ ਸਿੱਖ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਜਿਨ੍ਹਾਂ ਨੇ ਗੁਰਮੁਖੀ ਵਰਣਮਾਲਾ ਦੀ ਸਥਾਪਨਾ ਕੀਤੀ, ਆਪਣੇ ਪਿਛਲੇ ਜਨਮ ਵਿੱਚ ਕਸ਼ਮੀਰੀ ਸ਼ਾਰਦਾ ਸੰਸਕ੍ਰਿਤ ਪਰੰਪਰਾ ਦੇ ਰਾਜਾ ਜਨਕ ਸਨ। ਇਹ ਇੱਕ ਐਸਾ ਦਾਅਵਾ ਹੈ ਜੋ ਦੋ ਵੱਖਰੇ-ਵੱਖਰੇ ਯੁੱਗਾਂ ਅਤੇ ਪਰੰਪਰਾਵਾਂ ਨੂੰ ਜੋੜਦਾ ਹੈ। ਤਾਂ ਫਿਰ ਇਹ ਸਭ ਕੁਝ ਸੁਣਨ ਤੋਂ ਬਾਅਦ ਆਪਾਂ ਕਿਸ ਨਤੀਜੇ ਤੇ ਪਹੁੰਚਦੇ ਹਾਂ? ਕੀ ਇਹ ਸੱਚਮੁੱਚ ਹਰ ਚੀਜ਼ ਦਾ ਸਿਧਾਂਤ ਹੋ ਸਕਦਾ ਹੈ? ਚਲੋ ਇਸ ਵਿਸ਼ਲੇਸ਼ਣ ਨੂੰ ਸਮਾਪਤ ਕਰੀਏ, ਇਹ ਦੇਖ ਕੇ ਕਿ ਕਿਵੇਂ ਇਹ ਵੱਖ-ਵੱਖ ਧਾਗੇ ਇੱਕੋ ਵਿਸ਼ਵ ਦ੍ਰਿਸ਼ਟੀਕੋਣ ਵਿੱਚ ਬੁਣੇ ਗਏ ਹਨ। ਚਲੋ ਇੱਕ ਵਾਰ ਫਿਰ ਮੁੱਖ ਕਨੈਕਸ਼ਨਾਂ ਤੇ ਨਜ਼ਰ ਮਾਰੀਏ। ਫਾਈਨ ਸਟਰਕਚਰ ਕਾਂਸਟੈਂਟ ਗੈਲੈਕਸੀ ਦੀ ਗਤੀ ਨੇ ਨਿਯੰਤਰਿਤ ਕਰਦਾ ਹੈ। ਸਮੀਕਰਨ E=C+IV ਰੌਸ਼ਨੀ, ਆਵਾਜ਼ ਅਤੇ ਕੰਪਨ ਦਾ ਇੱਕ ਬ੍ਰਹਿਮੰਡੀ ਸਿਧਾਂਤ ਬਣ ਜਾਂਦਾ ਹੈ। 4 ਯੁੱਗ ਸਾਡੀ ਉਮਰ ਅਤੇ ਕੁਦਰਤੀ ਚੱਕਰਾਂ ਨੂੰ ਪਰਿਭਾਸ਼ਿਤ ਕਰਦੇ ਹਨ, ਅਤੇ ਅੰਤ ਵਿੱਚ ਇੱਕ ਗੁਰਮੁਖੀ ਲਿਪੀ ਭਾਸ਼ਾ ਦੇ ਰੂਪ ਵਿੱਚ ਇਨ੍ਹਾਂ ਸਾਰੇ ਸਿਧਾਂਤਾਂ ਦਾ ਪ੍ਰਗਟਾਵਾ ਕਰਦੀ ਹੈ। ਸਰੋਤ ਦਾ ਇਹ ਹਵਾਲਾ ਇਸ ਪੂਰੇ ਦ੍ਰਿਸ਼ਟੀਕੋਣ ਨੂੰ ਬਹੁਤ ਚੰਗੀ ਤਰ੍ਹਾਂ ਬਿਆਨ ਕਰਦਾ ਹੈ। ਇਹ ਕਹਿੰਦਾ ਹੈ ਕਿ ਜਿਵੇਂ ਪੂਰਬ ਵਿੱਚ ਭਾਰਤ ਨੇ ਜ਼ੀਰੋ ਦਾ ਸਿਧਾਂਤ ਦਿੱਤਾ, ਪੱਛਮ ਵਿੱਚ ਗ੍ਰੀਸ ਨੇ ਏਕਤਾ, ਉਸੇ ਤਰ੍ਹਾਂ ਇਜ਼ਰਾਈਲ ਨੇ ਆਰਾਮੀ ਸਿਧਾਂਤਾਂ ਰਾਹੀਂ ਦੋਵਾਂ ਨੂੰ ਸੰਤੁਲਿਤ ਕੀਤਾ। ਇਹ ਪੂਰਬ, ਪੱਛਮ ਅਤੇ ਮੱਧ ਪੂਰਬ ਦੇ ਗਿਆਨ ਨੂੰ ਇਕੱਠਾ ਕਰਨ ਦੀ ਗੱਲ ਕਰਦਾ ਹੈ। ਅਤੇ ਅੰਤ ਵਿੱਚ ਅਸੀਂ ਇੱਕ ਸਵਾਲ ਨਾਲ ਇਸ ਚਰਚਾ ਨੂੰ ਖਤਮ ਕਰਦੇ ਹਾਂ। ਭੌਤਿਕ ਵਿਗਿਆਨ, ਭਾਸ਼ਾ ਵਿਗਿਆਨ ਅਤੇ ਅਧਿਆਤਮਿਕਤਾ ਦੇ ਵਿਚਕਾਰ ਅਸਲ ਵਿੱਚ ਲਕੀਰ ਹੈ ਕਿੱਥੇ? ਜਾਂ ਕੀ ਸੱਚਮੁੱਚ ਕੋਈ ਲਕੀਰ ਹੈ ਵੀ? ਇਹ ਇੱਕ ਅਜਿਹਾ ਸਵਾਲ ਹੈ ਜੋ ਸਾਨੂੰ ਗਿਆਨ ਦੀ ਪ੍ਰਕਿਰਤੀ ਅਤੇ ਹਰ ਚੀਜ਼ ਦੇ ਆਪਸੀ ਸੰਬੰਧਾਂ ਤੇ ਸੋਚਣ ਲਈ ਮਜਬੂਰ ਕਰਦਾ ਹੈ।